सरहदी जिलों के दौरे दौरान राज्यपाल ने नशे नूं लैके सरकार ते चुके सवाल, बोले स्कूलों तो लैके जनरल स्टोर तक ते मिल रहा नशा, सूबे के संविधानिक हैड के तौर के उत्ते निभा रहा हाँ जिम्मेवारी। केंद्री बजट नूं मुख्यमंत्री मान ने किता रद्द, कहा पहला रिपब्लिक डे दे विचों ते हुण बजट दे विचों पंजाब नूं किता बाहर, पता नहीं किहड़ा बदला लै रही है केंद्र दी सरकार। केंद्री बजट दे विच मिडल क्लास नूं राहत, 7 लाख दी सालाना इनकम दे उत्ते नहीं लगेगा कोई टैक्स, ITR भरन लई मिलदे रहणगे दोवें ऑप्शन। केंद्री बजट दे विच टीवी, मोबाइल, साइकिल ते इलैक्ट्रिकल व्हीकल होए सस्ते, सोना, किचन चिमनी, सिगरेट महंगी। जगतार सिंह हवारा दा कौमी इंसाफ मोर्चे दे नाम सुनेहा, कहा बंदी सिंघां दी रिहाई, बेअदबी, गोलीकांड ते गायब होए ਸਰੂਪਾਂ ਦੇ ਮੁੱਦੇ ਦੇ ਉੱਤੇ ਹੀ ਹੋਵੇ ਚਰਚਾ, ਏਜੰਸੀਆਂ ਦੇ ਉੱਤੇ ਲਗਾਏ ਮੋਰਚੇ ਨੂੰ ਤਾਰਪੀਡੋ ਕਰਨ ਦੇ ਇਲਜ਼ਾਮ। ਪਟਿਆਲਾ ਦੇ ਵਿੱਚ ਐਨਕਾਊਂਟਰ ਦੇ ਵਿੱਚ ਜ਼ਖਮੀ ਹੋਇਆ ਗੈਂਗਸਟਰ ਪਵਨ, ਪੁਲਿਸ ਨੇ ਰਜਿੰਦਰਾ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ, ਗੈਂਗਸਟਰ SK ਖਰੋੜ ਦਾ ਸਾਥੀ ਹੈ ਗੈਂਗਸਟਰ ਪਵਨ। ਸਰਕਾਰ ਨੇ ਪੰਜਾਬ ਮਹਿਲਾ ਕਮਿਸ਼ਨ ਤੋਂ ਮਹਿਲਾ ਗੁਲਾਟੀ ਦੀ ਕੀਤੀ ਛੁੱਟੀ, ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ, ਐਕਸਟੈਂਸ਼ਨ ਨੂੰ ਗਲਤ ਦੱਸ ਕੇ ਕੀਤਾ ਲਾਂਭੇ। IAS ਸਿਵਿੰਸੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ, ਕਰੁਣਾ ਰਾਜੂ ਦੇ ਕੇਂਦਰ ਦੇ ਵਿੱਚ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਖਾਲੀ ਹੋਈ ਸੀ ਸੀਟ। ਜੰਮੂ ਕਸ਼ਮੀਰ ਦੇ ਗੁਲਮਰਗ ਦੇ ਵਿੱਚ ਬਰਫੀਲਾ ਤੂਫਾਨ, 2 ਵਿਦੇਸ਼ੀ ਨਾਗਰਿਕਾਂ ਦੀ ਮੌਤ, 19 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਗਿਆ ਪਹੁੰਚਾਇਆ। ਗੁਰੂਗ੍ਰਾਮ ਦੇ ਵਿੱਚ ਲੈਬਰਾ ਡੌਗ ਦਾ ਕਹਿਰ, 8 ਵਰਿਆਂ ਦੀ ਬੱਚੀ ਨੂੰ ਨੋਚਿਆ ਪਰ ਹਮਲੇ 'ਚ ਬਚ ਗਈ ਬੱਚੀ ਦੀ ਜਾਨ। ਰਨ ਮਸ਼ੀਨ ਕ੍ਰਿਕਟਰ ਸ਼ੁਭਮਨ ਦੀ ਸ਼ਾਨਦਾਰ ਪਰਫਾਰਮੈਂਸ ਜਾਰੀ, ਵਨਡੇ ਦੇ ਬਾਅਦ T20 ਦੇ ਵਿੱਚ ਵੀ ਨਿਊਜ਼ੀਲੈਂਡ ਦੇ ਖਿਲਾਫ ਜੜਿਆ ਸੈਂਕੜਾ, 15 ਦਿਨਾਂ ਦੇ ਵਿੱਚ ਇੱਕ ਡਬਲ ਸੈਂਚੁਰੀ ਸਣੇ ਚੌਥੀ ਸੈਂਚੁਰੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਲੰਬੇ ਇੰਤਜ਼ਾਰ ਤੋਂ ਬਾਅਦ ਟੈਕਸ ਸਲੈਬ ਦੇ ਵਿੱਚ ਬਦਲਾਅ ਕੀਤਾ ਜਾਵੇ, ਜਿਹੜੇ ਲੋਕ ਟੈਕਸ ਭਰ ਰਹੇ ਨੇ, ਇਨਕਮ ਟੈਕਸ ਭਰ ਰਹੇ ਨੇ, ਉਹਨਾਂ ਨੂੰ ਰਾਹਤ ਮਿਲੇ ਜਾਂ ਰਾਹਤ ਮਿਲਣ ਦੀ ਉਮੀਦ ਬੱਝੇ, ਫਿਰ ਫਰਕ ਤਾਂ ਪੈਂਦਾ ਹੈ। ਜੀ ਹਾਂ, ਸ਼ੁਰੂਆਤ ਸਭ ਤੋਂ ਪਹਿਲਾਂ ਕਰਾਂਗੇ ਬਜਟ ਤੋਂ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਦੇ ਵਿੱਚ 8 ਸਾਲ ਬਾਅਦ ਵੱਡੀ ਰਾਹਤ ਦਿੱਤੀ ਹੈ। ਜੇਕਰ ਤੁਸੀਂ ਅਗਲੇ ਫਾਈਨੈਂਸ਼ੀਅਲ ਈਅਰ ਯਾਨੀ 2023-2024 ਦੇ ਲਈ ਨਵੀਂ ਟੈਕਸ ਰਜੀਮ ਚੁਣਦੇ ਹੋ ਤਾਂ ਟੈਕਸ ਰਿਬੇਟ ਦੀ ਲਿਮਿਟ 7 ਲੱਖ ਰੁਪਏ ਹੋ ਗਈ ਹੈ। ਪਹਿਲਾਂ ਇਹ 5 ਲੱਖ ਰੁਪਏ ਸੀ, ਪਰ ਤੁਹਾਡੀ ਇਨਕਮ 7 ਲੱਖ ਤੋਂ 1 ਰੁਪਏ ਵੀ ਜ਼ਿਆਦਾ ਹੋਈ ਤਾਂ ਤੁਸੀਂ ਟੈਕਸ ਦਾਇਰੇ ਦੇ ਵਿੱਚ ਆ ਜਾਵੋਗੇ। ਖਜ਼ਾਨਾ ਮੰਤਰੀ ਨੇ ਇਹ ਨਵੀਆਂ ਸਲੈਬਸ ਦਾ ਐਲਾਨ ਕੀਤਾ। New tax regime. Thus, persons in the new tax regime with income up to 7 lakhs will not have to pay any tax at all. The second proposal relates to middle-class individuals. I had introduced in the year 2020 the new personal income tax regime with 6 income slabs starting from 2.5 lakh. I propose to change the tax structure in this regime by reducing the number of slabs to 5 and increasing the tax exemption limit to 3 lakhs. ਨਵੇਂ ਟੈਕਸ ਸਲੈਬ ਦੇ ਤਹਿਤ 3 ਲੱਖ ਰੁਪਏ ਤੱਕ ਦੀ ਇਨਕਮ ਟੈਕਸ ਫ੍ਰੀ ਹੋਵੇਗੀ। ਜੇਕਰ ਤੁਹਾਡੀ ਇਨਕਮ 7 ਲੱਖ ਰੁਪਏ ਤੱਕ ਹੈ ਤਾਂ ਤੁਹਾਨੂੰ ਜ਼ੀਰੋ ਟੈਕਸ ਦੇਣਾ ਹੋਏਗਾ, ਤੇ ਜੇਕਰ 7 ਲੱਖ ਤੋਂ ਜ਼ਿਆਦਾ ਹੈ ਤਾਂ ਫਿਰ 0 ਤੋਂ 3 ਲੱਖ ਤੱਕ 0% ਟੈਕਸ, 3 ਤੋਂ 6 ਲੱਖ ਤੱਕ 5% ਟੈਕਸ, 6 ਤੋਂ 9 ਲੱਖ ਤੱਕ 10% ਟੈਕਸ, 9 ਤੋਂ 12 ਲੱਖ ਤੱਕ 15% ਟੈਕਸ, 12 ਤੋਂ 15 ਲੱਖ ਤੱਕ 20% ਟੈਕਸ ਤੇ 15 ਲੱਖ ਤੋਂ ਜ਼ਿਆਦਾ 30% ਟੈਕਸ ਦੇਣਾ ਹੋਵੇਗਾ। ਤਾਂ ਜੇਕਰ ਤੁਸੀਂ ਇਨਕਮ ਟੈਕਸ ਭਰਦੇ ਹੋ ਤਾਂ ਫਿਰ ਸਿੱਧੀ ਰਾਹਤ ਤੁਹਾਡੇ ਤੱਕ ਪਹੁੰਚ ਸਕਦੀ ਹੈ, ਪਰ ਇਹ ਰਾਹਤ ਹੋਵੇਗੀ ਅਗਲੇ ਸਾਲ ਦੀ ਇਨਕਮ ਟੈਕਸ ਦੀ ਰਿਟਰਨ ਦੀ, ਕਿਉਂਕਿ ਜਿਹੜਾ ਪੂਰੀ ਰਜੀਮ ਹੈ, ਜਿਹੜੀ ਤੁਸੀਂ ਇਨਕਮ ਟੈਕਸ ਦੀ ਨਵੀਂ ਸਲੈਬ ਹੈ, ਉਹ ਅਗਲੇ ਸਾਲ ਦੇ ਲਈ ਹੋਏਗੀ। ਉਧਰ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ 5ਵੇਂ ਅਤੇ ਦੇਸ਼ ਦੇ 75ਵੇਂ ਬਜਟ ਦੇ ਵਿੱਚ ਕਈ ਹੋਰ ਵੱਡੇ ਐਲਾਨ ਵੀ ਕੀਤੇ। ਨਿਰਮਲਾ ਸੀਤਾਰਮਨ ਨੇ 1 ਘੰਟੇ 27 ਮਿੰਟ ਦੀ ਸਪੀਚ ਦੇ ਵਿੱਚ ਦੇਸ਼ ਨੂੰ ਭਰੋਸਾ ਦਿੱਤਾ ਕਿ ਅਰਥ ਵਿਵਸਥਾ ਸਹੀ ਰਾਹ ਦੇ ਉੱਤੇ ਹੈ ਅਤੇ ਚੰਗੇ ਭਵਿੱਖ ਦੇ ਵਾਲੇ ਪਾਸੇ ਵਧ ਰਹੀ ਹੈ।
We envision a prosperous and inclusive India in which the fruits of development will reach all sections and citizens, especially our youth, women, farmers, OBCs, scheduled castes and scheduled tribes. Our current year's economic growth is estimated to be at 7%, heading towards a bright future. ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫਤ ਅਨਾਜ 1 ਸਾਲ ਹੋਰ ਮਿਲੇਗਾ। ਇਸ ਸਾਲ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਇਨਫਰਾਸਟ੍ਰਕਚਰ ਦੇ ਉੱਤੇ ਫੋਕਸ ਜ਼ਿਆਦਾ ਰਹੇਗਾ। ਰੇਲਵੇ ਦਾ ਬਜਟ 2,40,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਨਵੈਸਟਮੈਂਟ ਖਰਚ ਨੂੰ 33% ਵਧਾ ਕੇ 10 ਲੱਖ ਕਰੋੜ ਰੁਪਏ ਕੀਤਾ ਗਿਆ ਹੈ। ਸੀਨੀਅਰ ਸਿਟੀਜ਼ਨਸ ਦੇ ਸੇਵਿੰਗਸ ਅਕਾਊਂਟਸ ਦੇ ਵਿੱਚ ਰੱਖੀ ਜਾਣ ਵਾਲੀ ਰਕਮ ਦੀ ਲਿਮਿਟ 4.5 ਲੱਖ ਤੋਂ ਵਧਾ ਕੇ 9 ਲੱਖ ਰੁਪਏ ਕਰ ਦਿੱਤੀ ਜਾਵੇਗੀ। ਸਨਮਾਨ ਬਚਤ ਪੱਤਰ ਯੋਜਨਾ ਸ਼ੁਰੂ ਹੋਵੇਗੀ। ਇਸ ਦੇ ਵਿੱਚ ਮਹਿਲਾਵਾਂ ਨੂੰ 2 ਲੱਖ ਰੁਪਏ ਦੀ ਬਚਤ ਦੇ ਉੱਤੇ ਸਾਲਾਨਾ 7.5% ਵਿਆਜ ਮਿਲੇਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਬਜਟ ਦੇ ਵਿੱਚ 66% ਵਾਧਾ ਹੋਇਆ ਹੈ। 2014 ਤੋਂ ਮੌਜੂਦਾ 157 ਮੈਡੀਕਲ ਕਾਲਜਸ ਦੇ ਨਾਲ 157 ਨਵੇਂ ਨਰਸਿੰਗ ਕਾਲਜ ਖੋਲੇ ਜਾਣਗੇ। 50 ਨਵੇਂ 에ਅਰਪੋਰਟ, ਹੈਲੀਪੈਡ ਅਤੇ ਵਾਟਰ ਐਰੋਡਰੋਨ ਸੈਂਟਰਸ ਬਣਨਗੇ। 5G ਸਰਵਿਸ ਦੇ ਉੱਤੇ ਚੱਲਣ ਵਾਲੇ ਐਪ ਡਿਵੈਲਪ ਕਰਨ ਦੇ ਲਈ ਇੰਜੀਨੀਅਰਿੰਗ ਸੰਸਥਾਨਾਂ ਦੇ ਵਿੱਚ 100 ਲੈਬਸ ਬਣਾਈਆਂ ਜਾਣਗੀਆਂ। ਇਹਨਾਂ ਲੈਬਸ ਦੇ ਜ਼ਰੀਏ ਨਵੇਂ ਮੌਕੇ, ਬਿਜ਼ਨਸ ਮਾਡਲ ਅਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਬਣਨਗੀਆਂ। ਵਿੱਚ ਬਹੁਤ ਸਾਰੇ ਐਲਾਨ ਨੇ ਤੇ ਇਸ ਵਿੱਚ ਵਾਲੇ ਇੰਤਜ਼ਾਰ ਆਮ ਲੋਕ ਕਰ ਰਹੇ ਨੇ, ਦੇਸ਼ ਵਾਸੀ, ਕਿ ਇਸ ਬਜਟ ਦੇ ਫਾਇਦੇ ਉਹਨਾਂ ਤੱਕ ਵੀ ਪਹੁੰਚਣ। ਕਦੋਂ ਪਹੁੰਚਣਗੇ, ਵੱਡਾ ਸਵਾਲ ਹੈ। ਹੁਣ ਇਸ ਦੇ ਉੱਤੇ ਗੱਲ ਰਿਐਕਸ਼ਨ ਦੀ ਵੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਜਟ ਰਸ ਨਹੀਂ ਆਇਆ। ਸੀਐਮ ਨੇ ਇਸ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਬੇਇਨਸਾਫੀ ਦੱਸਿਆ। ਸੀਐਮ ਨੇ ਕਿਹਾ ਕਿ ਪਹਿਲਾਂ ਪੰਜਾਬ ਨੂੰ ਗਣਰਾਜ ਦਿਹਾੜੇ ਤੋਂ ਤੇ ਹੁਣ ਬਜਟ ਤੋਂ ਵੀ ਬਾਹਰ ਰੱਖਿਆ ਗਿਆ ਹੈ। ਪਤਾ ਨਹੀਂ ਕੇਂਦਰ ਦੀ ਸਰਕਾਰ ਪੰਜਾਬ ਦੇ ਨਾਲ ਕਿਹੜੀ ਗੱਲ ਦਾ ਬਦਲਾ ਲੈ ਰਹੀ ਹੈ। पंजाब के किसानों तो आंदोलन का बदला लिया जा रहा है। पब्लिक डे से पंजाब गायब था, अब देश के बजट से पंजाब गायब है। ये समझ नहीं आती कौन सा बदला ले रहे हैं ये पंजाबियों से, क्योंकि बॉर्डर स्टेट है। हमने 1000 करोड़ रुपए की मांग की थी BSF उनको अपग्रेड करने के लिए, मॉडर्नाइजेशन करने के लिए बॉर्डर की, क्योंकि ड्रोन वगैरह बहुत आते हैं, एंटी ड्रोन सिस्टम लॉन्च करने के लिए, उसका नाम भी नहीं लिया गया। ਮੁੱਖ ਮੰਤਰੀ ਭਗਵੰਤ ਮਾਨ ਨੇ ਖਜ਼ਾਨਾ ਮੰਤਰੀ ਨਾਲ ਮੁਲਾਕਾਤ ਕਰਕੇ ਬਾਰਡਰ ਬੈਲਟ ਦੇ ਲਈ ਇੰਡਸਟਰੀਅਲ ਪੈਕੇਜ ਦੇਣ ਦੀ ਮੰਗ ਕੀਤੀ ਸੀ, ਪਰ ਮੰਗਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਦਰਕਿਨਾਰ ਕਰ ਦਿੱਤਾ ਗਿਆ। ਸਰਕਾਰ ਨੇ ਕੇਂਦਰੀ ਖਜ਼ਾਨਾ ਮੰਤਰੀ ਦੇ ਨਾਲ ਸੂਬੇ ਦੇ ਬਾਰਡਰ ਵਾਲੇ ਜ਼ਿਲ੍ਹਿਆਂ ਦੇ ਲਈ 2500 ਕਰੋੜ ਰੁਪਏ ਦਾ ਸਪੈਸ਼ਲ ਇੰਡਸਟਰੀਅਲ ਪੈਕੇਜ ਵੀ ਮੰਗਿਆ ਸੀ। ਪੰਜਾਬ ਦੀ ਬਾਰਡਰ ਬੈਲਟ ਦੇ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਆਉਂਦੇ ਨੇ, ਪਰ ਪੰਜਾਬ ਜਾਂ ਬਾਰਡਰ ਬੈਲਟ ਦੇ ਲਈ ਬਜਟ ਦੇ ਵਿੱਚ ਕੁਝ ਨਹੀਂ ਮਿਲਿਆ। ਖੈਰ, ਬਜਟ ਨੂੰ ਲੈ ਕੇ ਬੀਜੇਪੀ ਬਹੁਤ ਗਦਗਦ ਹੈ, ਪਰ ਦੂਜੇ ਪਾਸੇ ਜਦੋਂ ਸੂਬੇ ਦੇ ਮੁੱਖ ਮੰਤਰੀ ਬਜਟ ਨੂੰ ਸਿਰੇ ਤੋਂ ਰੱਦ ਕਰ ਦੇਣ ਤੇ ਪੰਜਾਬ ਦੇ ਲੋਕਾਂ ਦੇ ਨਾਲ ਨਾਇਨਸਾਫੀ ਦੱਸਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਬਜਟ ਦੇ ਵਿੱਚ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ LED ਤੋਂ ਲੈ ਕੇ ਖਿਡੌਣਿਆਂ ਤੱਕ ਤੇ ਟੈਕਸ ਘੱਟ ਕਰ ਦਿੱਤਾ, ਯਾਨੀ ਉਹ ਸਸਤੇ ਹੋਏ। ਹਾਲਾਂਕਿ ਸਿਗਰਟ, ਕੱਪੜੇ ਖਰੀਦਣਾ ਹੁਣ ਮਹਿੰਗਾ ਹੋ ਜਾਏਗਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ਦਾ ਇਹ ਅੰਤਿਮ ਪੂਰਨ ਬਜਟ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੀ ਦੂਜੀ ਇਨਿੰਗ ਦਾ ਇਹ ਆਖਰੀ ਪੂਰਨ ਬਜਟ ਰਿਹਾ। ਇਸ ਵਾਰ ਬਜਟ ਦੇ ਵਿੱਚ ਮੋਬਾਈਲ ਫੋਨ, ਇਲੈਕਟ੍ਰੀਕਲ ਵਹੀਕਲ, LED TV, ਖਿਡੌਣੇ, ਸਾਈਕਲ ਤੇ ਆਟੋਮੋਬਾਈਲ ਸਸਤੇ ਕਰ ਦਿੱਤੇ ਗਏ ਨੇ। ਗੱਲ ਮਹਿੰਗੇ ਹੋਏ ਸਮਾਨ ਦੀ ਕਰੀਏ ਤਾਂ ਸੋਨਾ, ਪਲੈਟੀਨਮ, ਕਿਚਨ ਚਿਮਨੀ, ਸਿਗਰਟ, ਚਾਂਦੀ ਦੇ ਇੰਪੋਰਟਡ ਗਹਿਣੇ ਇਹ ਮਹਿੰਗੇ ਹੋਏ ਨੇ। ਇਸ ਵਾਰ ਦੇ ਬਜਟ ਦੇ ਵਿੱਚ ਘੱਟ ਹੀ ਪ੍ਰੋਡਕਟ ਨੇ ਜੋ ਸਸਤੇ ਜਾਂ ਮਹਿੰਗੇ ਹੋਣ ਜਾ ਰਹੇ ਨੇ। ਇਸ ਦੀ ਵਜ੍ਹਾ ਹੈ GST। 2017 ਤੋਂ ਬਾਅਦ ਤਕਰੀਬਨ 90% ਪ੍ਰੋਡਕਟ ਦੀ ਕੀਮਤ GST ਤੇ ਨਿਰਭਰ ਕਰਦੀ ਹੈ, ਜਿਸ ਨੂੰ GST ਕੌਂਸਲ ਤੈਅ ਕਰਦੀ ਹੈ। ਮੌਜੂਦਾ ਸਮੇਂ ਵਿੱਚ GST ਦੇ ਟੈਕਸ ਸਲੈਬ ਦੇ ਵਿੱਚ 4 ਦਰਾਂ ਨੇ: 5%, 12%, 18% ਅਤੇ 28%। ਜ਼ਰੂਰੀ ਵਸਤੂਆਂ ਨੂੰ ਇਸ ਟੈਕਸ ਤੋਂ ਛੂਟ ਦਿੱਤੀ ਗਈ ਹੈ ਜਾਂ ਫਿਰ ਸਭ ਤੋਂ ਹੇਠਲੇ ਸਲੈਬ 'ਚ ਰੱਖਿਆ ਗਿਆ ਹੈ। GST ਦੇ ਨਾਲ ਜੁੜੇ ਸਾਰੇ ਫੈਸਲੇ GST ਕਾਉਂਸਲ ਹੀ ਲੈਂਦੀ ਹੈ। ਤਾਂ GST ਦਾ ਜਦੋਂ ਤੋਂ ਪੂਰਾ ਰਿਜੀਮ 2017 ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਸਿੱਧੇ ਤੌਰ ਦੇ ਉੱਤੇ ਸਸਤਾ ਮਹਿੰਗਾ ਚੀਜ਼ਾਂ ਘੱਟ ਹੁੰਦੀਆਂ ਨੇ। ਖੈਰ, ਅੱਗੇ ਵਧਦੇ ਹਾਂ ਤੇ ਹੁਣ ਵਾਰੀ ਹੈ ਸਾਡੇ ਅੱਜ ਦੇ ਸਵਾਲ ਦੀ। ਬਜਟ ਦੇ ਨਾਲ ਹੀ ਜੁੜਿਆ ਹੋਇਆ ਸਾਡਾ ਅੱਜ ਦਾ ਸਵਾਲ ਹੈ ਕਿ ਹਿੰਦੀ ਭਾਸ਼ਾ ਦੇ ਵਿੱਚ ਪਹਿਲੀ ਵਾਰ ਬਜਟ ਕਦੋਂ ਛਾਪਿਆ ਗਿਆ? ਕਿਉਂਕਿ ਪਹਿਲਾਂ ਅੰਗਰੇਜ਼ੀ ਦੇ ਵਿੱਚ ਹੀ ਛਪਦਾ ਰਿਹਾ ਬਹੁਤ ਲੰਬੇ ਸਮੇਂ ਤੱਕ, ਪਰ ਹਿੰਦੀ ਦੇ ਵਿੱਚ ਬਜਟ ਨੂੰ ਛਾਪਣ ਦੀ ਸ਼ੁਰੂਆਤ ਕਦੋਂ ਹੋਈ?
A 1949 ਦੇ ਵਿੱਚ, B 1955 ਦੇ ਵਿੱਚ ਜਾਂ C 1961 ਦੇ ਵਿੱਚ ਜਾਂ ਆਪਸ਼ਨ D 1973 ਦੇ ਵਿੱਚ। ਸਹੀ ਜਵਾਬ ਕੀ ਹੈ, ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਇਸ ਪ੍ਰੋਗਰਾਮ ਦੇ ਦੌਰਾਨ ਹੀ, ਇਸ ਸਵਾਲ ਦੇ ਜਵਾਬ ਦੇ ਨਾਲ। ਅੱਗੇ ਵਧਦੇ ਹਾਂ ਤੇ ਹੁਣ ਗੱਲ ਹੋਵੇਗੀ ਸੂਬੇ ਦੇ ਰਾਜਪਾਲ ਦੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਰਹੱਦੀ ਇਲਾਕਿਆਂ ਦੇ ਦੌਰੇ ਉੱਤੇ ਨੇ, ਜਿਸ ਨੂੰ ਲੈ ਕੇ ਸਿਆਸੀ ਪਾਰਾ ਮੁੜ ਤੋਂ ਚੜ੍ਹਨ ਲੱਗਿਆ ਤੇ ਰਾਜਪਾਲ ਨੇ ਦੌਰੇ ਦੇ ਪਹਿਲੇ ਦਿਨ ਸਰਹੱਦੀ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਮੁਲਾਕਾਤ ਕੀਤੀ। ਮੀਡੀਆ ਦੇ ਮੁਖਾਤਿਬ ਹੁੰਦਿਆਂ ਰਾਜਪਾਲ ਨੇ ਡਰੱਗ ਦੇ ਮੁੱਦੇ ਨੂੰ ਛੋਇਆ ਤੇ ਸੂਬਾ ਸਰਕਾਰ ਤੇ ਵੀ ਸਵਾਲ ਚੁੱਕ ਦਿੱਤੇ। गाँव वाले बोलते हैं साहब, जैसे जनरल स्टोर पे सामान मिलता है वैसे दवाई यहाँ ड्रग्स मिलते हैं। ये मामूली साधारण स्मगलिंग वगैरह की चीज़ नहीं है, जो कि परकोलेट पूरे पंजाब में है, पंजाब के बाहर भी जा रही है अन्य प्रांतों से। ਰਾਜਪਾਲ ਨੇ ਸਾਫ਼ ਕੀਤਾ ਕਿ ਕਿਸੇ ਸਿਆਸਤ ਦਾ ਹਿੱਸਾ ਨਹੀਂ ਨੇ। ਉਹਨਾਂ ਸਿੱਧੀ ਚੁਣੌਤੀ ਦਿੱਤੀ ਕਿ ਜੇ ਉਹਨਾਂ ਨੇ ਸੰਵਿਧਾਨ ਤੋਂ ਬਾਹਰ ਜਾ ਕੇ ਸਰਕਾਰ ਨੂੰ ਕੁਝ ਵੀ ਬੋਲਿਆ ਤਾਂ ਉਹ ਵੀ ਦੱਸਿਆ ਜਾਵੇ। As per the Constitution, एग्जीक्यूटिव हेड ऑफ द स्टेट, गवर्नर ने पहले शपथ ली है संविधान की रक्षा करने की गवर्नर की जिम्मेदारी है। कॉन्स्टिट्यूशन के हिसाब से यदि कोई काम नहीं होता है तो ये सरकार को बताना कि आप गलत कर रहे हो, कॉन्स्टिट्यूशन के हिसाब से करिए, क्या ये गलत है। ਰਾਜਪਾਲ ਨੇ ਸਰਕਾਰ ਤੇ ਸਵਾਲ ਚੁੱਕੇ ਤਾਂ ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਨਸੀਹਤ ਦਿੱਤੀ ਤੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਉਣ ਦੀ ਬਜਾਏ ਡਰੱਗਸ ਦਾ ਮੁੱਦਾ ਕੇਂਦਰ ਦੇ ਕੋਲ ਕਿਉਂ ਨਹੀਂ ਚੁੱਕਦੇ। ਬਾਰਡਰ ਦੀ ਸਿਕਿਉਰਿਟੀ ਦੀ ਜਿਹੜੀ ਪੂਰੀ ਜ਼ਿੰਮੇਵਾਰੀ ਆ ਉਹ ਕੇਂਦਰ ਦੀ ਆ, ਭਾਜਪਾ ਸਰਕਾਰ ਦੀ, ਜਿਨ੍ਹਾਂ ਨੇ ਗਵਰਨਰ ਸਾਹਿਬ ਨੂੰ ਪੰਜਾਬ ਦਾ ਗਵਰਨਰ ਲਾਇਆ। ਕੇਂਦਰ ਸਰਕਾਰ ਵੱਲ ਵੀ ਜਾ ਕੇ ਗਵਰਨਰ ਸਾਹਿਬ ਨੂੰ ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ। ਦੌਰੇ ਦੇ ਪਹਿਲੇ ਦਿਨ ਰਾਜਪਾਲ ਪਠਾਨਕੋਟ, ਅੰਮ੍ਰਿਤਸਰ ਤੇ ਗੁਰਦਾਸਪੁਰ ਪਹੁੰਚੇ ਸਨ, ਜਦਕਿ ਉਹਨਾਂ ਦਾ ਦੌਰਾ ਅੱਗੇ ਜਾਰੀ ਰਹੇਗਾ ਤੇ ਰਾਜਪਾਲ ਫਾਜ਼ਿਲਕਾ ਤੇ ਫਿਰੋਜ਼ਪੁਰ ਵੀ ਪਹੁੰਚਣਗੇ। ਤਾਂ ਰਾਜਪਾਲ ਦੀ ਫੇਰੀ ਜਾਰੀ ਹੈ ਤੇ ਸਭ ਦੇ ਵਿਚਾਲੇ ਖੂਬ ਸਿਆਸਤ ਹੋ ਰਹੀ ਹੈ, ਪਰ ਰਸ਼ਾ ਨੂੰ ਲੈ ਕੇ ਦਿੱਤੇ ਗਏ ਬਿਆਨ ਖੂਬ ਚਰਚਾ ਦੇ ਵਿੱਚ ਵੀ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਹੁਣ ਜਗਤਾਰ ਸਿੰਘ ਹਵਾਰਾ ਨੇ ਲਿਖਤੀ ਸੁਨੇਹਾ ਭੇਜਿਆ ਤੇ ਹਵਾਰਾ ਨੇ ਚਿੱਠੀ ਦੇ ਜ਼ਰੀਏ ਮੋਰਚੇ ਦੀ ਸਟੇਜ ਤੋਂ ਸਿਰਫ 4 ਮੁੱਦਿਆਂ ਬਾਰੇ ਗੱਲ ਕਰਨ ਦੇ ਹੁਕਮ ਸੁਣਾਏ। ਇਹਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ, 328 ਸਰੂਪਾਂ ਦਾ ਗਾਇਬ ਹੋਣਾ ਤੇ ਬਾਈਬਲ ਕਲਾਂ ਤੇ ਕੋਟਪੁਰਾ ਗੋਲੀकांड ਸ਼ਾਮਿਲ ਨੇ। ਚਿੱਠੀ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਨੇ ਵੀ ਮੋਰਚੇ ਦੇ ਵਿੱਚ ਆਉਣ ਵਾਲੇ तमाम ਲੋਕਾਂ ਨੂੰ 4 ਮੁੱਦਿਆਂ ਤੇ ਹੀ ਕੇਂਦਰਿਤ ਰਹਿਣ ਦੀ ਤਾਕੀਦ ਕੀਤੀ। ਮੋਰਚੇ ਦੇ ਆਗੂਆਂ ਨੇ ਅੰਮ੍ਰਿਤਪਾਲ ਦੇ ਖਾਲਿਸਤਾਨ ਵਾਲੇ ਬਿਆਨ ਨੂੰ ਉਹਨਾਂ ਦਾ ਨਿੱਜੀ ਵਿਚਾਰ ਵੀ ਕਰਾਰ ਦੇ ਦਿੱਤਾ। ਮੈਸੇਜ ਸਾਰਿਆਂ ਲਈ ਹੈ ਔਰ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਵੀ ਸ਼ਾਮਲ ਨੇ ਤੇ ਹੋਰ ਵੀ ਜਿੰਨੇ ਇੱਥੇ ਆਉਣ ਵਾਲੇ ਬੁਲਾਰੇ ਨੇ, ਆਗੂ ਨੇ, ਉਹ ਸਾਰੇ ਸ਼ਾਮਲ ਨੇ। ਉਹ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਆ। ਇਹ ਮੋਰਚਾ 4 ਮੁੱਦਿਆਂ ਦੇ ਉੱਤੇ ਲੱਗਿਆ। ਇਹ ਮੋਰਚਾ ਹੋਰ ਕਿਸੇ ਗੱਲ ਦੇ ਲਈ ਅਜੇ ਇਹਦਾ ਕੋਈ ਦਾਇਰਾ ਨਹੀਂ ਹੈ। ਕੌਮੀ ਇਨਸਾਫ ਮੋਰਚੇ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ 3 ਫਰਵਰੀ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾਂਦਾ ਤਾਂ ਮੋਰਚਾ 5 ਫਰਵਰੀ ਨੂੰ ਵੱਡਾ ਸੰਘਰਸ਼ ਵਿੱਢੇਗਾ। ਉਹਨਾਂ ਨੇ ਹੁਣ 3 ਤਰੀਕ ਦਾ ਸਮਾਂ ਦੱਸੇਗਾ ਕਿ ਜੇ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕਰਦੇ ਨੇ ਫਿਰ ਤੇ ਗੱਲ ਠੀਕ ਆ, ਫਿਰ ਤੇ ਅਗਲਾ ਕੇਸ ਚੱਲੇਗਾ, ਫਿਰ ਬਾਕੀ ਸਾਰੇ ਕੇਸ ਚੱਲ ਜਾਣਗੇ ਕਿਉਂਕਿ ਉਹਨਾਂ ਦੀ ਪ੍ਰੋਡਕਸ਼ਨ ਲੋਕਲ ਹੋ ਜਾਏਗੀ। ਪਰ ਜੇ ਨਹੀਂ ਕਰਦੇ ਫਿਰ ਤੁਸੀਂ ਦੱਸੋ ਅਸੀਂ ਕੀ ਕਰੀਏ। ਸਾਨੂੰ ਕੋਈ ਨਾ ਕੋਈ ਐਸਾ ਐਕਸ਼ਨ ਦੇਣਾ ਪਏਗਾ ਜਿਹਦੇ ਨਾਲ ਇਹ ਸਰਕਾਰ ਦੇ ਥੋੜੇ ਜਿਹਾ ਕੱਸੀ ਜਾਵੇ। ਦੱਸ ਦਈਏ ਕਿ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚ ਬੰਦ ਹੈ। ਬੰਦੀ ਸਿੰਘਾਂ ਦੇ ਵਿੱਚ ਇੱਕ ਨੇ ਜਿਸ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਸਾਜ਼ਿਸ਼ਕਰਤਾ ਦੇ ਵਜੋਂ ਦੋਸ਼ੀ ਠਹਿਰਾਇਆ ਗਿਆ ਸੀ। ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਪਾਸੇ ਮੋਰਚਾ ਜਾਰੀ ਹੈ, ਉੱਥੇ ਸ਼੍ਰੋਮਣੀ ਕਮੇਟੀ ਨੇ ਮੋਰਚੇ ਨੂੰ ਲੈ ਕੇ ਇੱਕ ਵੱਡਾ ਐਲਾਨ ਵੀ ਕੀਤਾ। ਤੇ ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ਼ੁਰੂ ਕੀਤੀ ਦਸਤਖਤੀ ਮੁਹਿੰਮ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ ਤੇ ਮੁਹਿੰਮ ਦੇ ਵਿੱਚ ਵਿਸਥਾਰ ਕਰਦਿਆਂ ਕਰੀਬ 30 ਲੱਖ ਲੋਕਾਂ ਦੇ ਦਸਤਖਤ ਕਰਵਾਉਣ ਦਾ ਟੀਚਾ ਮਿੱਥਿਆ। ਕਮੇਟੀ ਨੇ ਮੁਹਿੰਮ ਨੂੰ ਆਨਲਾਈਨ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਐਕਟਿਵ ਕਰਨ ਦਾ ਐਲਾਨ ਕੀਤਾ ਹੈ। ਜਿਹੜੇ ਹੱਕੀ ਹਕੂਕਾਂ ਦੀ ਹਾਂ ਦਾ ਨਾਰਾ ਮਾਰਦੇ ਉਹਨਾਂ ਨੂੰ ਬੇਨਤੀ ਕਰਦਾ ਕਿ ਸਿੱਖ ਦਾ ਭਰੇ ਰਹੇ ਆ, ਤੁਸੀਂ ਵੀ ਸਾਰੇ ਵੱਡੀ ਤਰਜ਼ ਦੇ ਉੱਤੇ ਇਹ ਫਾਰਮ ਭਰ ਕੇ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਹ ਪੱਧਰਾ ਕਰੀਏ। ਉਧਰ ਬੰਦੀ ਸਿੰਘਾਂ ਦੇ ਮੋਰਚੇ ਨੂੰ ਸਮਰਥਨ ਦੇਣ ਦੇ ਲਈ ਸੈਂਕੜੇ ਵਾਹਨਾਂ ਦਾ ਜੱਥਾ ਕੇਸਰੀ ਮਾਰਚ ਦੇ ਰੂਪ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਇਆ, ਜਿਸ ਦੀ ਅਗਵਾਈ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਕੀਤੀ।
ਜਿੰਨੇ ਸਿੰਘ ਜੇਲ੍ਹਾਂ ਵਿੱਚ ਬੈਠੇ ਆ, ਬੜੀਆਂ ਵੱਡੀਆਂ ਕੁਰਬਾਨੀਆਂ, ਉਹਨਾਂ ਦਾ ਕੋਈ ਆਪਣਾ ਨਿੱਜੀ ਕੋਈ ਝਗੜਾ ਨਹੀਂ ਸੀ, ਕੌਮ ਦੀ ਖਾਤਰ ਜੇਲ੍ਹਾਂ ਵਿੱਚ ਬੈਠੇ ਆ। ਸੈਂਟਰ ਤੇ ਪੰਜਾਬ ਦੀ ਸਰਕਾਰ ਨੂੰ ਇਹ ਗੱਲ ਸੋਚਣ ਵਾਸਤੇ ਮਜਬੂਰ ਹੋਣਾ ਪਵੇ ਕਿ ਸਾਨੂੰ ਸਿੱਖਾਂ ਦੇ ਨਾਲ ਇਨਸਾਫ ਕਰਨਾ ਪੈਣਾ ਹੈ। ਮੁਹਾਲੀ ਚੰਡੀਗੜ੍ਹ ਬਾਰਡਰ ਤੇ 7 ਜਨਵਰੀ ਤੋਂ ਕੌਮੀ ਇਨਸਾਫ ਮੋਰਚਾ ਜਾਰੀ ਹੈ ਤੇ ਜਗਤਾਰ ਸਿੰਘ ਹਵਾਰਾ ਦੀ ਚਿੱਠੀ ਤੋਂ ਮੋਰਚੇ ਦੇ ਵਿੱਚ ਹੋਰ ਵੀ ਤੇਜ਼ੀ ਆਈ ਹੈ ਤੇ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਪੰਜਾਬ ਮਹਿਲਾ ਕਮਿਸ਼ਨ ਦੀ। ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹੀ ਮਨੀਸ਼ਾ ਗੁਲਾਟੀ ਪਹਿਲਾਂ ਕਾਂਗਰਸ ਦੇ ਵਿੱਚ ਸਨ, ਜਿਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਬੀਜੇਪੀ ਦਾ ਲੜ ਫੜ ਲਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਖਾਸ ਮਨੀਸ਼ਾ ਗੁਲਾਟੀ ਸੀਐਮ ਚਰਨਜੀਤ ਸਿੰਘ ਚੰਨੀ ਦੇ ਮੀਟੂ ਮਾਮਲੇ ਨੂੰ ਚੁੱਕਣ ਤੋਂ ਬਾਅਦ ਸੁਰਖੀਆਂ 'ਚ ਆਏ ਸਨ। ਮਨੀਸ਼ਾ ਗੁਲਾਟੀ ਕੈਪਟਨ ਅਮਰਿੰਦਰ ਸਿੰਘ ਦੀ ਨਜ਼ਦੀਕੀ ਮੰਨੇ ਜਾਂਦੇ ਰਹੇ ਨੇ। ਕੈਪਟਨ ਨੇ ਸੀਐਮ ਬਣਨ ਤੋਂ ਬਾਅਦ ਮਨੀਸ਼ਾ ਨੂੰ ਚੇਅਰਪਰਸਨ ਦਾ ਅਹੁਦਾ ਦਿੱਤਾ ਸੀ। ਮਨੀਸ਼ਾ ਗੁਲਾਟੀ ਦੀ ਟਰਮ ਪੰਜਾਬ ਸਰਕਾਰ ਨੇ 18 ਸਤੰਬਰ 2022 ਨੂੰ ਵਧਾਈ ਸੀ। ਸੋਸ਼ਲ ਸਿਕਿਉਰਿਟੀ ਵਿਮਨ ਐਂਡ ਚਾਈਲਡ ਵਿਭਾਗ ਦੇ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਿਕ ਸਰਕਾਰੀ ਨਿਯਮਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਅਜਿਹਾ ਨਿਯਮ ਨਹੀਂ ਸੀ ਜਿਸ ਦੇ ਨਾਲ ਉਹਨਾਂ ਦੀ ਟਰਮ ਨੂੰ ਵਧਾਇਆ ਜਾ ਸਕੇ। ਇਸ ਕਾਰਨ ਉਹਨਾਂ ਨੂੰ ਚੇਅਰਪਰਸਨ ਬਣਾਉਣ ਦਾ ਹੁਕਮ ਵਾਪਸ ਲਿਆ ਗਿਆ ਹੈ। ਤਾਂ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ, ਪਰ ਦੂਜੇ ਪਾਸੇ ਪੰਜਾਬ ਨੂੰ ਨਵੇਂ ਸੀਈਓ ਮਿਲ ਚੁੱਕੇ ਨੇ, ਯਾਨੀ ਮੁੱਖ ਚੋਣ ਅਧਿਕਾਰੀ ਮਿਲ ਚੁੱਕੇ ਨੇ ਪੰਜਾਬ ਨੂੰ। ਆਈਐਸ ਸਿਬਨ ਸੀ ਨਵੇਂ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਹੋਣਗੇ। ਦਰਅਸਲ ਕਰੁਣਾ ਰਾਜੂ ਦੀ ਉਹ ਥਾਂ ਲੈਣਗੇ। ਕਰੁਣਾ ਰਾਜੂ ਡੈਪੂਟੇਸ਼ਨ ਦੇ ਉੱਤੇ ਕੇਂਦਰ 'ਚ ਗਏ ਨੇ ਤੇ ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਕਰੁਣਾ ਰਾਜੂ ਕੇਂਦਰ ਦੇ ਵਿੱਚ ਡੈਪੂਟੇਸ਼ਨ ਤੇ ਗਏ ਨੇ। ਕਰੁਣਾ ਰਾਜੂ ਦੇ ਬਾਅਦ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਸੀਈਓ ਦੀ ਸੀਟ ਖਾਲੀ ਹੋਈ ਸੀ ਤੇ ਹੁਣ ਆਈਐਸ ਸਿਬਨ ਸੀ ਇਹ ਅਹੁਦਾ ਸੰਭਾਲਣਗੇ। ਤਾਂ ਪੰਜਾਬ ਨੂੰ ਨਵੇਂ ਮੁੱਖ ਚੋਣ ਅਧਿਕਾਰੀ ਮਿਲ ਚੁੱਕੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਇਤਿਹਾਸ ਦੀ। 1 ਫਰਵਰੀ ਦਾ ਇਤਿਹਾਸ ਕੀ ਕਹਿੰਦਾ ਉਹ ਤੁਹਾਨੂੰ ਦੱਸਾਂਗੇ। 1 ਫਰਵਰੀ ਦਾ ਇਤਿਹਾਸ ਹੈ ਇੰਡੀਅਨ ਕੋਸਟ ਗਾਰਡ ਦਿਵਸ ਦੇ ਤੌਰ ਦੇ ਉੱਤੇ। ਜੀ ਹਾਂ, 1 ਫਰਵਰੀ 1977 ਨੂੰ ਡਿਫੈਂਸ ਮਿਨਿਸਟਰੀ ਯਾਨੀ ਰੱਖਿਆ ਮੰਤਰਾਲੇ ਦੇ ਅਧੀਨ ਭਾਰਤੀ ਤਟ ਰਕਸ਼ਕ ਬਲ ਦੀ ਅੰਤਰਿਮ ਰੂਪ ਦੇ ਨਾਲ ਸਥਾਪਨਾ ਕੀਤੀ ਗਈ। ਜਦੋਂ ਭਾਰਤੀ ਤਟ ਰਕਸ਼ਕ ਦਲ ਦੀ ਸਥਾਪਨਾ ਹੋਈ ਉਸ ਸਮੇਂ ਦੇਸ਼ ਸਮੁੰਦਰ ਦੇ ਮਾਧਿਅਮ ਨਾਲ ਭਾਰਤ ਦੇ ਅੰਦਰ ਆਉਣ ਵਾਲੀ ਤਸਕਰੀ ਨੇ ਦੇਸ਼ ਦੇ ਅਰਥਚਾਰੇ ਦੇ ਵਿੱਚ ਖਤਰਾ ਪਾ ਦਿੱਤਾ ਸੀ। ਇਸ ਲਈ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ ਇੰਡੀਅਨ ਨੇਵੀ ਅਤੇ ਇੰਡੀਅਨ 에ਅਰ ਫੋਰਸ ਦੀ ਹਿੱਸੇਦਾਰੀ ਦੇ ਨਾਲ ਨਾਗ ਚੌਧਰੀ ਸਮਿਤੀ ਦਾ ਗਠਨ ਕੀਤਾ ਗਿਆ ਸੀ। ਇਸ ਕਰਕੇ 1 ਫਰਵਰੀ ਦਾ ਦਿਨ ਇੰਡੀਅਨ ਕੋਸਟ ਗਾਰਡ ਦਿਵਸ ਮਨਾਇਆ ਜਾਂਦਾ। ਜੋ ਤਟ ਰਕਸ਼ਕ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹਨੂੰ ਕੋਸਟ ਗਾਰਡ ਕਹਿੰਦੇ ਨੇ, ਕਿਉਂਕਿ ਜਿਹੜੀ ਸਾਡੀ ਪਾਣੀ ਵਾਲੀ ਪੂਰੀ ਸਰਹੱਦ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਪੂਰਾ ਕੋਸਟ ਗਾਰਡ ਬਣਾਇਆ ਗਿਆ ਤੇ 1 ਫਰਵਰੀ ਨੂੰ ਕੋਸਟ ਗਾਰਡ ਦਿਵਸ ਮਨਾਇਆ ਜਾਂਦਾ।